ਹੁਣ ਹਾਲਾਤ ਵੇਖੋ ਕਿਹੜੇ ਬਣੇ ਪਏ ਨੇ। ਅਦਾਲਤਾਂ ਤੱਕ ਗੱਲਾਂ ਚਲੇ ਗਈਆਂ ਵੀ ਜਿੱਥੇ ਤੁਹਾਡੀਆਂ ਕਮੇਟੀਆਂ ਦੇ ਆਗੂਆਂ ਨੂੰ ਹੀ ਤੁਹਾਨੂੰ ਪੰਜਾਬੀ ਪੜ੍ਹਨੀ ਨਾ ਆਵੇ, ਤੁਸੀਂ ਕਿਹੜੀ ਕ੍ਰਾਂਤੀ ਦੀਆਂ ਗੱਲਾਂ ਕਰਦੇ ਪਏ ਹੋ? ਅਸੀਂ ਪਹੁੰਚ ਕਿੱਥੇ ਗਏ ਹਾਂ? ਤੁਹਾਨੂੰ ਨਾਂ ਲਿਖਣਾ ਨਾ ਆਵੇ, ਤੁਹਾਨੂੰ ਪੰਜਾਬੀ ਸ਼ਬਦਾਂ ਦੀ ਬਣਤਰ ਬਾਰੇ ਨਾ ਪਤਾ ਹੋਵੇ ਵੀ ਕਿਹੜਾ ਅੱਖਰ ਹੈ। ਅਸੀਂ ਮਜ਼ਾਕ ਦੇ ਪਾਤਰ ਨਹੀਂ ਬਣ ਗਏ। ਤੁਸੀਂ ਉੱਦਾਂ ਡੀਂਗਾ ਮਾਰਦੇ ਹੋ ਜੀ, ਨਿਸ਼ਾਨ ਸਾਹਿਬ 100 ਫੁੱਟ ਉੱਚਾ ਕਰਦੇ ਹੋ। ਇਹ ਤਾਂ ਸ਼ੁਕਰ ਹੈ ਕਿ ਅਗਲੇ ਐਵੇਂ ਧਿਆਨ ਲੈ ਲਿਆ, ਨਾ ਹੋਇਆ ਤੇ ਆਪਾਂ ਤੇ ਬਣਿਆ ਪਿਆ ਸੀ ਜੀ, ਬੱਲੇ ਬੱਲੇ ਜੀ, ਸਭ ਕੁਝ ਸਾਨੂੰ ਆਉਂਦਾ। ਉਹ ਤੇ ਪਤਾ ਲੱਗਾ ਵੀ ਨਾ ਭਾਈ ਇੱਥੇ ਤੇ ਸੁੱਖ ਨਾ ਕਾਲਾ ਅੱਖਰ ਭੈਂਸ ਬਰਾਬਰ ਹੋਇਆ ਪਿਆ, ਪੜ੍ਹਨਾ ਲਿਖਣ ਦਾ ਪਤਾ ਨਹੀਂ ਕੀ। ਅਸੀਂ ਖਲੋਤੇ ਕਿੱਥੇ ਹਾਂ? ਹੁਣ ਸਾਨੂੰ ਪਤਾ ਬਹੁਤਿਆਂ ਰਾਗੀਆਂ ਪ੍ਰਚਾਰਕਾਂ ਨੇ ਇਸ ਗੱਲੋਂ ਬੋਲਣਾ ਨਹੀਂ, ਕਿਉਂਕਿ ਮਸਲਾ ਸਟੇਜਾਂ ਦਾ ਹੈ, ਮਸਲਾ ਲਿਫਾਫਿਆਂ ਦਾ ਹੈ, ਮਸਲਾ ਅੰਦਰ ਡਰ ਹੈ। ਬਾਬਿਆਂ ਬਾਰੇ ਵੀ ਹੈ ਕਿਹੜੇ। ਅਸੀਂ ਆਪਣੇ ਘਰਾਂ ਵਿੱਚੋਂ ਆਪਣਾ ਮੂਲ ਮਾਂ ਬੋਲੀ ਨੂੰ ਵਿਸਾਰ ਕੇ ਬੈਠ ਗਏ ਹਾਂ। ਦਿੱਲੀ ਦੀ ਧਰਤੀ ਤੇ ਇੱਕ ਮਹਾਰਾਸ਼ਟਰ ਦਾ ਵਿਅਕਤੀ ਆਪਣੀ ਦੁਕਾਨ ਪਾਉਂਦਾ ਹੈ, ਉਹ ਪਹਿਲਾਂ ਮਰਾਠੀ 'ਚ ਬੋਰਡ ਲਾਉਂਦਾ ਹੈ, ਦੂਜੇ ਤੇ ਇੰਗਲਿਸ਼ ਹਿੰਦੀ 'ਚ ਲਿਖਦਾ ਹੈ, ਤਾਂ ਕਿ ਇਹਨੂੰ ਪਤਾ ਲੱਗ ਜੇ ਵੀ ਮੈਂ ਮਹਾਰਾਸ਼ਟਰ ਦਾ ਰਹਿਣ ਵਾਲਾ ਹਾਂ। ਮੈਂ ਆਪਣੇ ਇੱਥੇ ਤੁਹਾਡੇ ਦਿੱਲੀ ਦੇ ਹੀ ਸੀ, ਉਹ ਕੈਪਟਨ ਸੀ, ਮੈਂ ਬੰਗਲਾ ਸਾਹਿਬ ਕਥਾ ਕਰਦਾ ਹੁੰਦਾ ਸੀ, 2008 ਦੀ ਗੱਲ ਹੈ। ਉਹਨਾਂ ਨੇ ਆਪਣੇ ਬੇਟੇ ਦਾ ਆਨੰਦ ਕਾਰਜ ਕੀਤਾ ਤੇ ਉਹਨਾਂ ਨੇ ਮੇਰੇ ਕੋਲ ਆਪਣੇ ਪੁੱਤਰ ਦੇ ਵਿਆਹ ਦਾ ਕਾਰਡ ਲੈ ਕੇ ਆਏ, ਪੰਜਾਬੀ ਛਪਾਇਆ ਉਹਨਾਂ ਨੇ। ਕਹਿੰਦਾ ਜਦੋਂ ਮੈਂ ਦਿੱਲੀ 'ਚ ਕਾਰਡ ਵੰਡੇ ਇੱਦਾਂ, ਤੇ ਮੇਰੀ ਪਤਨੀ ਕਹਿੰਦੇ ਜੀ ਆਪਾਂ ਇੰਗਲਿਸ਼ ਵਿੱਚ ਕਾਰਡ ਛਪਾਈਏ। ਕਹਿੰਦਾ ਮੈਂ ਮੇਨ ਪੰਜਾਬੀ ਛਪਾਵਾਂਗਾ ਕਿਉਂਕਿ ਆਪਣੇ ਸਾਰੇ ਰਿਸ਼ਤੇਦਾਰ ਹੀ ਪੰਜਾਬੀ ਨੇ। ਤੇ ਪਤਨੀ ਹੱਸ ਕੇ ਆਂਦੀ ਜੀ ਪੰਜਾਬੀ ਕਈਆਂ ਨੂੰ ਪੜ੍ਹਨੀ ਨਹੀਂ ਆਉਂਦੀ। ਤੇ ਹੱਸ ਕੇ ਕਹਿੰਦੇ ਜਦੋਂ ਗੁਆਂਢੀਆਂ ਕੋਲ ਪੜ੍ਹਾਉਣ ਜਾਣਗੇ, ਕਿਸੇ ਕੋਲ ਪੜ੍ਹਾਉਣ ਜਾਣਗੇ, ਸ਼ਰਮ ਤਾਂ ਆਊਗੀ ਵੀ ਸਾਨੂੰ ਪੰਜਾਬੀ ਹੋ ਕੇ ਪੰਜਾਬੀ ਪੜ੍ਹਨੀ। ਬੋਲੋ ਸਾਰੇ। ਹੁਣ ਹਾਲਾਤ ਵੇਖੋ ਕਿਹੜੇ ਬਣੇ ਪਏ ਨੇ। ਅਦਾਲਤਾਂ ਤੱਕ ਗੱਲਾਂ ਚਲੇ ਗਈਆਂ ਵੀ ਜਿੱਥੇ ਤੁਹਾਡੀਆਂ ਕਮੇਟੀਆਂ ਦੇ ਆਗੂਆਂ ਨੂੰ ਹੀ ਤੁਹਾਨੂੰ ਪੰਜਾਬੀ ਪੜ੍ਹਨੀ ਨਾ ਆਵੇ, ਤੁਸੀਂ ਕਿਹੜੀ ਕ੍ਰਾਂਤੀ ਦੀਆਂ ਗੱਲਾਂ ਕਰਦੇ ਪਏ ਹੋ? ਅਸੀਂ ਪਹੁੰਚ ਕਿੱਥੇ ਗਏ ਹਾਂ? ਤੁਹਾਨੂੰ ਨਾਂ ਲਿਖਣਾ ਨਾ ਆਵੇ, ਤੁਹਾਨੂੰ ਪੰਜਾਬੀ ਸ਼ਬਦਾਂ ਦੀ ਬਣਤਰ ਬਾਰੇ ਨਾ ਪਤਾ ਹੋਵੇ ਵੀ ਕਿਹੜਾ ਅੱਖਰ ਹੈ। ਅਸੀਂ ਮਜ਼ਾਕ ਦੇ ਪਾਤਰ ਨਹੀਂ ਬਣ ਗਏ। ਤੁਸੀਂ ਉੱਦਾਂ ਡੀਂਗਾ ਮਾਰਦੇ ਹੋ ਜੀ, ਨਿਸ਼ਾਨ ਸਾਹਿਬ 100 ਫੁੱਟ ਉੱਚਾ ਕਰਦੇ ਹੋ। ਇੱਕ ਮਰਾਠੀ ਬੰਦੇ ਨੂੰ ਮਾਣ ਹੈ, ਇੱਕ ਤੁਸੀਂ ਤੁਹਾਡੇ ਵਿੱਚੋਂ ਇਟਲੀ ਕੋਈ ਬੰਦਾ ਗਿਆ ਹੋਵੇ ਤੁਹਾਡੇ ਚੋਂ, ਅਗਲਿਆਂ ਨੇ ਸਾਈਨ ਬੋਰਡ ਆਪਣੀ ਲੈਂਗੁਏਜ ਇਟਾਲੀਅਨ ਚ ਲਾਏ ਹੋਏ ਨੇ ਉੱਥੇ। ਉਹ ਕਹਿੰਦੇ ਤੁਸੀਂ ਸਾਡੇ ਦੇਸ਼ ਆਇਓ, ਭਾਸ਼ਾ ਸਿੱਖੋ ਜੇ ਤੁਹਾਨੂੰ ਜ਼ਰੂਰਤ ਹੈ ਤਾਂ। ਰੋਡ ਤੇ ਤੁਸੀਂ ਜਾਂਦੇ ਹੋ, ਸਾਈਨ ਬੋਰਡ ਅਗਲਿਆਂ ਨੇ ਆਪਣੇ ਲਾਏ ਹੋਏ ਨੇ ਉੱਥੇ। ਇੱਥੇ ਅਸੀਂ ਕਿੰਨਾ ਕੁ ਔਖਾ ਹੈ ਜੇ ਤੁਸੀਂ ਆਪਣੇ ਘਰ ਦਾ ਸਾਈਨ ਬੋਰਡ ਪੰਜਾਬੀ ਚ ਲਾ ਲਓਗੇ ਜੀ। ਇੱਕ ਤਾਂ ਅਗਲੇ ਨੂੰ ਪਤਾ ਲੱਗੂ ਇੱਥੇ ਪੰਜਾਬੀ ਪਰਿਵਾਰ ਰਹਿੰਦਾ, ਘਰਾਂ 'ਚ ਪੰਜਾਬੀ ਬੋਲੋ ਮਾਵਾਂ ਨਾਲ। ਮੈਂ ਅਮਰੀਕਾ 'ਚ ਵੇਖਿਆ ਇਹ ਗੱਲ, ਨਿਊਯਾਰਕ ਦੇ ਏਰੀਏ ਦੀ ਗੱਲ ਹੈ। ਇੱਕ ਪਰਿਵਾਰ 'ਚ ਗਿਆ, ਉੱਥੇ ਬਜ਼ੁਰਗ ਨੇ ਸਾਹਮਣੇ ਲਿਖ ਕੇ ਲਾਇਆ, ਸਾਡੇ ਘਰ ਪੰਜਾਬੀ ਭਾਸ਼ਾ ਤੋਂ ਬਿਨਾਂ ਦੂਜੀ ਭਾਸ਼ਾ ਬੋਲੀ ਨਹੀਂ ਜਾਂਦੀ। ਤੇ ਉਹਨਾਂ ਦੇ ਪੋਤਰੇ ਇੰਨੀ ਠੇਠ ਪੰਜਾਬੀ ਬੋਲਦੇ ਸੀ। ਮੈਂ ਸਹਿ ਸੁਭਾਏ ਪੁੱਛਿਆ, ਮੈਂ ਕਿਹਾ ਜੀ ਇਹ ਬੱਚੇ ਇੱਥੋਂ ਦੇ ਬੋਰਨ ਨੇ, ਇੱਥੋਂ ਦੇ ਜੰਮਪਲ ਨੇ? ਕਹਿੰਦੇ ਬਿਲਕੁਲ। ਕਹਿੰਦੇ ਇੱਕੋ ਤਰੀਕਾ ਰੱਖਿਆ, ਜਦੋਂ ਬੱਚਾ ਹਿੰਦੀ 'ਚ ਇੰਗਲਿਸ਼ 'ਚ ਕੋਈ ਗੱਲ ਕਰਦਾ, ਮੈਂ ਅੱਗੇ ਜਵਾਬ ਹੀ ਨਹੀਂ ਦਿੰਦਾ। ਅਸੀਂ ਘਰਦਿਆਂ ਨੇ ਇੱਕ ਏਕਾ ਬਣਾਇਆ ਵੀ ਅਸੀਂ ਇਹਨਾਂ ਦੀ ਗੱਲ ਦਾ ਜਵਾਬ ਹੀ ਨਹੀਂ ਦੇਣਾ। ਹੌਲੀ ਹੌਲੀ ਆਪੇ ਪੰਜਾਬੀ ਬੋਲਣ ਲੱਗ ਪਏ। ਤੇ ਐਡੀ ਠੇਠ ਪੰਜਾਬੀ। ਇਹ ਆਸਟ੍ਰੇਲੀਆ ਦੀ ਗੱਲ ਹੈ, ਬੱਚਾ ਕਬੱਡੀ ਖੇਡਦਾ ਸੀ ਤੇ ਉਹ ਸਿਡਨੀ ਤੋਂ ਕਬੱਡੀ ਖੇਡ ਕੇ ਮੈਲਬੌਰਨ ਆਇਆ ਤੇ ਮੈਂ ਘਰ ਬੈਠਾ ਤੇ ਉਹ ਬੱਚਾ ਆਇਆ ਤੇ ਕਹਿੰਦਾ ਡੈਡੀ ਜਦੋਂ ਅਸੀਂ ਅੱਜ ਉੱਥੋਂ ਆ ਰਿਹਾ ਸੀ ਨਾ, ਸਾਡੀ ਗੱਡੀ ਅੱਗੇ ਉਹ ਸਹਿਆ ਨਿਕਲ ਕੇ ਭੱਜਾ। ਮੈਂ ਇੱਕਦਮ ਕੰਨ ਖੜੇ ਕੀਤੇ। ਮੈਂ ਕਿਹਾ ਜੀ ਤੁਹਾਡਾ ਬੇਟੇ ਦਾ ਜਨਮ ਇੱਥੋਂ ਦਾ? ਕਹਿੰਦੇ ਹਾਂਜੀ। ਮੈਂ ਕਿਹਾ ਇਹਨੇ ਸਹਿਆ ਕਿਆ, ਕਿੱਡੀ ਕਮਾਲ ਦੀ ਗੱਲ ਹੈ, ਸਹਿਆ ਨਿਕਲ ਕੇ ਭੱਜਿਆ। ਮੈਂ ਕਿਹਾ ਜੀ ਇਹ ਕਿੱਦਾਂ? ਕਹਿੰਦਾ ਜੀ ਇਹਨਾਂ ਦੀ ਮੰਮੀ ਜੋਬ ਕਰਦੇ ਨੇ, ਸ਼ਾਮਾਂ ਨੂੰ ਰੋਜ਼ ਇੱਕ ਜਪਜੀ ਸਾਹਿਬ ਦੀ ਪੌੜੀ, ਉਹਦੇ ਅਰਥ ਉੱਥੋਂ ਨਾਲ ਲਿਖ ਕੇ ਲੈ ਆਉਣੇ ਨੇ। ਆਣ ਕੇ ਖਾਣਾ ਖਾਣ ਤੋਂ ਪਹਿਲਾਂ ਰੋਜ਼ ਬੱਚਿਆਂ ਨਾਲ ਬੈਠ ਕੇ ਇੱਕ ਵਾਰ ਇਸ ਪੌੜੀ ਦੇ ਵਿਚਾਰ ਕਰਨੇ ਨੇ। ਤੇ ਸਾਡੇ ਘਰ ਵੀ ਪੰਜਾਬੀ ਤੋਂ ਬਿਨਾਂ ਦੂਜੀ ਭਾਸ਼ਾ ਨਹੀਂ ਬੋਲੀ ਜਾਂਦੀ। ਬਾਹਰ ਇੰਗਲਿਸ਼ ਬੋਲੋ, ਜਿਹੜੀ ਮਰਜ਼ੀ ਲੈਂਗੁਏਜ ਬੋਲੋ, ਪਰ ਘਰ ਤੁਸੀਂ ਆਪਣੇ ਬੱਚੇ ਸਾਂਭ ਲਓ। ਪਰ ਹੈ ਧਿਆਨ ਸਾਡੇ ਪੰਜਾਬੀ ਬੋਲਦਾ ਕੀ ਆਂਦੇ ਭਲਾ ਉਹਨੂੰ? ਬੋਲੋ ਜੀ, ਹੁਣ ਤੁਸੀਂ ਬੋਲ ਕੇ ਦੱਸਿਓ। ਇਹ ਬੈਕਵਰਡ ਆ, ਇਹ ਤੇ ਪਛੜਿਆ ਹੋਇਆ। ਮੱਛੀ ਬਾਰੇ ਮੈਂ ਇੱਕ ਐਗਜ਼ਾਮਪਲ ਦਿੰਦਾ। ਮੱਛੀ ਦੇ ਪਰਿਵਾਰ ਵਾਂਗ ਜੀਵਨ ਮਰਨਾ ਵਿਸਰੇ ਪਾਣੀ। ਮੱਛੀ ਦਾ ਪਰਿਵਾਰ ਕਦੀ ਪਾਣੀ ਤੋਂ ਬਾਗੀ ਹੋ ਸਕਦਾ? ਬੋਲ ਕੇ ਦੱਸਿਓ ਜੀ, ਹੋ ਸਕਦਾ? ਹੁਣ ਮੱਛੀ ਇਹ ਕਵੇ ਵੇਖੋ 21ਵੀਂ ਸਦੀ 'ਚ ਸਾਡਿਆਂ ਦਾਦਿਆਂ ਪੜਦਾਦਿਆਂ ਦੀ ਮਜਬੂਰੀ ਸੀ ਪਾਣੀ 'ਚ ਰਹਿਣਾ। ਹੁਣ ਕੋਈ ਕੋਕ ਪੈਪਸੀ ਲੈ ਕੇ ਆਓ,
ਕੋਈ ਮਰਿੰਡਾ ਲੈ ਕੇ ਆਓ, ਕੋਈ ਸੋਡਾ ਵਾਟਰ ਲੈ ਕੇ ਆਓ। ਅਮੀਰਾਂ ਤੋਂ ਅਮੀਰਾਂ ਘਰ ਵੀ ਤੁਸੀਂ ਫਿਸ਼ ਪਾਲੋਗੇ, ਮੱਛੀ ਪਾਲੋਗੇ, ਉਹਨੂੰ ਵੀ ਪਾਣੀ 'ਚ ਹੀ ਰਹਿਣਾ ਪੈਣਾ, ਕਿਉਂਕਿ ਜੋ ਮਛਲੀ ਬਿਨ ਪਾਣੀ ਹੈ ਕਿ ਉਹ ਜੀਵਨ ਪਾਵੇ। ਜੇ ਮੱਛੀ ਪਾਣੀ ਤੋਂ ਬਾਗੀ ਨਹੀਂ ਹੋ ਸਕਦੀ ਤੇ ਅਸੀਂ ਆਪਣੀ ਮਾਂ ਬੋਲੀ ਤੋਂ ਹੀ ਬਾਗੀ ਹੋ ਗਏ। ਠੀਕ ਹੈ, ਗੁਰਬਾਣੀ ਦੇ ਅਰਥ ਕਈਆਂ ਨੇ ਕਈ ਵੱਖ-ਵੱਖ ਲੈਂਗੁਏਜ 'ਚ ਕੀਤੇ ਨੇ, ਪਰ ਜੋ ਵਿਆਕਰਨ ਦੇ ਨੁਕਤੇ ਪੰਜਾਬੀ ਸਮਝਾਉਣੇ, ਗੁਰਮੁਖੀ ਸਮਝਾਉਣੇ, ਉਹ ਦੂਜੀ ਲੈਂਗੁਏਜ ਥੋੜ੍ਹਾ ਸਮਝਾਉਣੇ ਨੇ। ਅੱਛਾ, ਅਸੀਂ ਆਪਣੇ ਬੱਚਿਆਂ ਨਾਲ ਘਰ 'ਚ ਨਿਕਲ ਕਹਾਂ ਗਏ ਥੇ, ਕਹਾਂ ਸੇ ਆਏ ਹੋ, ਇੱਥੋਂ ਹੀ ਤਾਂ ਚੱਕਰ ਪੈ ਗਿਆ। ਕਮਾਲ ਦੀ ਗੱਲ ਹੈ, ਇੱਕ ਦੂਜੀ ਸਟੇਟ ਦਾ ਵਿਅਕਤੀ ਆਉਂਦਾ, ਅਸੀਂ ਉਹਦੇ ਨਾਲ ਪੂਰੀ ਹਿੰਦੀ, ਤੁਸੀਂ ਕਹੋਗੇ ਨਾ ਅਸੀਂ ਦੂਜਿਆਂ ਨਾਲ ਬੋਲਦੇ ਹਾਂ, ਮੈਂ ਸਰਦਾਰਾਂ ਨਾਲ ਹਿੰਦੀ ਬੋਲਦਿਆਂ ਵੇਖਿਆ। ਉਹ ਕਹਿੰਦਾ ਤੁਹਾਡੇ ਨਾਲ ਤੇ ਹੁਣ ਕੋਈ ਦੂਜਾ ਬੰਦਾ ਹੀ ਹੈ ਨਹੀਂ। ਹੁਣ ਗੋਰਿਆਂ ਦੀ ਕੰਟਰੀ 'ਚ ਆਪਾਂ ਜਾਂਦੇ ਹਾਂ, ਕਿਉਂ ਜੀ? ਉੱਥੇ ਜਾ ਕੇ ਆਪਾਂ ਪੰਜਾਬੀ ਬੋਲਦੇ ਹਾਂ ਕਿ ਆਪਾਂ ਨੂੰ ਸਿੱਖਣੀ ਪੈਂਦੀ ਹੈ। ਜਿਹੜਾ ਬੰਦਾ ਇੱਥੇ 6ਵੀਂ ਕਲਾਸ ਨਹੀਂ ਪਾਸ, ਉਹ ਵੀ ਇੰਗਲਿਸ਼ ਬੋਲਦਾ ਉੱਥੇ ਪਾਣੀ ਵਾਂਗੂ। ਅਗਲਿਆਂ ਨੂੰ ਪਤਾ ਉਹ ਤਾਂ 2 ਚੀਜ਼ਾਂ ਸਿੱਖਣੀਆਂ ਪੈਣੀਆਂ ਜਾਂਦੇ ਆ, ਗੱਡੀ ਚਲਾਉਣੀ ਤੇ ਦੂਜੀ ਥੋੜ੍ਹੀ ਬਹੁਤੀ ਬੋਲੋ ਜੀ ਇੰਗਲਿਸ਼ ਬੋਲਣੀ। ਗੱਲ ਕਰਨੀ ਆਉਣੀ ਚਾਹੀਦੀ ਵੀ ਤੁਸੀਂ ਕਿਸੇ ਸਟੋਰ 'ਤੇ ਜਾਓ, ਸਮਾਨ 'ਤੇ ਮੰਗ ਸਕੋ। ਜੇ ਅਗਲਿਆਂ ਨੇ ਆਪਣੀਆਂ ਇਹਨਾਂ ਗੱਲਾਂ ਤੇ ਆਪਾਂ ਕਿਉਂ ਨਹੀਂ ਪਹਿਰਾ ਦੇ ਸਕਦੇ? ਪਰ ਗੱਲ ਫਿਰ ਅਸੀਂ ਆਵਾ ਇੱਥੋਂ ਊਤ ਗਿਆ ਵੀ ਜਿੱਥਾ ਕਮੇਟੀਆਂ ਦੇ ਆਗੂਆਂ ਨੂੰ ਨਹੀਂ ਪਤਾ, ਉਹ ਪੀੜ੍ਹੀ ਅੱਗੇ ਹੁੰਦੀ, ਸਾਨੂੰ ਕੀ ਹੈ ਜੀ? ਪਰ ਸਿੱਖੋ, ਸਿੱਖਣ ਦੀ ਜ਼ਰੂਰਤ ਹੈ। ਇਹ ਤਾਂ ਸ਼ੁਕਰ ਹੈ ਕਿ ਅਗਲੇ ਐਵੇਂ ਧਿਆਨ ਲੈ ਲਿਆ, ਨਾ ਹੋਇਆ ਤੇ ਆਪਾਂ ਤੇ ਲਲਾਰੀ ਦੇ ਮੱਟ ਵਿੱਚ ਪੈ ਗਿੱਦੜਤਾ ਵਾਲੀ ਗੱਲ ਹੀ ਬਣੀ ਪਈ ਸੀ ਵੀ ਜੰਗਲ ਅੰਦਰ ਜਾ ਕੇ ਪਖੰਡ ਕਮਤਾ। ਉਹ ਤੇ ਬਣਿਆ ਪਿਆ ਸੀ ਜੀ, ਬੱਲੇ ਬੱਲੇ ਜੀ ਸਭ ਕੁਝ ਸਾਨੂੰ ਆਉਂਦਾ। ਉਹ ਤੇ ਪਤਾ ਲੱਗਾ ਵੀ ਨਾ ਭਾਈ, ਇੱਥੇ ਤੇ ਸੁੱਖ ਨਾ ਕਾਲਾ ਅੱਖਰ ਭੈਂਸ ਬਰਾਬਰ ਹੋਇਆ ਪਿਆ, ਪੜ੍ਹਨਾ ਲਿਖਣ ਦਾ ਪਤਾ ਨਹੀਂ ਕੀ। ਅਸੀਂ ਖਲੋਤੇ ਕਿੱਥੇ ਹਾਂ? ਹੁਣ ਸਾਨੂੰ ਪਤਾ ਬਹੁਤਿਆਂ ਰਾਗੀਆਂ ਪ੍ਰਚਾਰਕਾਂ ਨੇ ਇਸ ਗੱਲੋਂ ਬੋਲਣਾ ਨਹੀਂ, ਕਿਉਂਕਿ ਮਸਲਾ ਸਟੇਜਾਂ ਦਾ ਹੈ, ਮਸਲਾ ਲਿਫਾਫਿਆਂ ਦਾ ਹੈ, ਮਸਲਾ ਅੰਦਰ ਡਰ ਹੈ। ਬਾਬਿਆਂ ਬਾਰੇ ਵੀ ਇਹ ਕਿਹੜੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ। ਅਗਲੇ ਨੂੰ ਪਤਾ ਵੀ ਬਰਸੀਆਂ ਪ੍ਰਚਾਰਕਾਂ ਤੋਂ ਬਿਨਾਂ ਰਾਗੀਆਂ ਇੱਦਾਂ ਮੈਨੂੰ ਫੋਨ ਕਰਕੇ ਕਹਿਣਗੇ, ਭਾਈ ਸਾਹਿਬ ਮੈਂ ਪਰਸੋਂ ਦਾ 4 ਵਾਰ ਆਪਣਾ ਮੋਬਾਈਲ ਚਾਰਜ ਕਰਦਾ ਇੱਕ ਦਿਨ 'ਚ, ਪਰਸੋਂ ਦਾ। ਹੁਣ ਕੱਲ੍ਹ ਇੱਕ ਬੰਦੇ ਦਾ ਫੋਨ ਹੈ, ਭਾਈ ਸਾਹਿਬ ਜੀ ਸ਼ਾਮੀ ਗੱਲ ਕੀਤੀ, ਬੜਾ ਢਿੱਲਾ ਬੋਲਦੇ ਸੀ। ਮੈਂ ਕਿਹਾ 500-700 ਫੋਨ ਰੋਜ਼ ਸੁਣਾ, ਸ਼ਾਮਾਂ ਤੱਕ ਤੇ ਮਰਨ ਵਾਲਾ ਹੋ ਜਾਣਾ। ਵੈਸੇ ਮੈਂ ਕਥਾ ਵੱਖਰੀ ਕਰਨੀ ਹੈ। ਮੈਂ ਕਿਹਾ 2-4 ਹੱਦ, ਬੰਦਾ ਕਪੈਸਿਟੀ ਲਿਮਿਟ ਹੈ ਨਾ। ਮੈਂ ਕਿਹਾ ਕਿੰਨਾ ਕੁ ਬੋਲਾਂ ਮੈਂ ਹੁਣ ਦੱਸ। ਤੇ ਫੋਨ ਪਤਾ ਕੀ ਆਉਂਦੇ ਆ ਇੱਦਾਂ, ਭਾਈ ਸਾਹਿਬ ਚੱਕ ਦੋ ਫਟੇ ਤੁਹਾਡੇ ਨਾਲ, ਕਮਾਲ ਕਰ। ਤੁਸੀਂ ਕੌਣ ਹੋ? ਮੈਂ ਰਾਗੀ। ਤੁਸੀਂ ਕੌਣ ਹੋ? ਮੈਂ ਗ੍ਰੰਥੀ। ਤੁਸੀਂ ਕੌਣ ਹੋ? ਮੈਂ ਕਮੇਟੀ ਦਾ ਪ੍ਰਧਾਨ। ਤੁਸੀਂ ਕੌਣ ਹੋ? ਮੈਂ ਖਜ਼ਾਨਚੀ। ਤੁਸੀਂ ਕੌਣ ਹੋ? ਮੈਂ ਫਲਾਣਾ। ਮੈਂ ਕਿਹਾ ਅੱਛਾ ਤੁਸੀਂ ਵੀ ਚੱਕੋ ਫਟੇ। ਨਹੀਂ ਜੀ ਫਿਰ ਥੋੜ੍ਹਾ ਜਿਹਾ ਬੱਚੇ ਨਿੱਕੇ ਨੇ। ਪਤਾ ਸਾਰਾ ਹੈ, ਪਤਾ ਸਾਰਾ ਹੈ। ਤੁਹਾਡੇ ਦਿੱਲੀ ਦੇ ਇੱਥੇ ਕਈਆਂ ਕਮੇਟੀਆਂ ਦੇ ਮੈਂਬਰਾਂ ਦੇ ਫੋਨ ਆਏ ਮੈਨੂੰ ਨਾ ਕਿ ਸਾਨੂੰ ਪਤਾ ਜੀ ਇਹਨਾਂ ਡੇਰੇਦਾਰਾਂ ਨੇ ਕੀ ਕੁਝ ਕੀਤਾ ਹੈ, ਸਾਨੂੰ ਸਾਰਾ ਪਤਾ ਹੈ। ਮੈਂ ਕਿਹਾ ਕਰੋ ਦਲੇਰੀ, ਕੌਮ ਦਾ ਭਲਾ ਕਰੋ, ਆਪਣੀਆਂ ਫੇਸਬੁੱਕਾਂ 'ਤੇ ਲਿਖ ਕੇ ਪਾਓ, ਪਤਾ ਲੱਗੇ ਵੀ ਇਹ ਕੀ ਹੋ ਰਿਹਾ ਸਾਡੇ ਨਾਲ। ਪਰ ਅਸੀਂ ਪੈ ਪੀ ਤਾਂ ਅਸੀਂ ਡਰਦੇ ਹਾਂ। ਅਸੀਂ ਗੁਰੂ ਦੀ ਵਿਚਾਰ ਤੋਂ ਕੋਹਾਂ ਦੂਰ ਚਲੇ ਗਏ। ਅਸੀਂ ਮੂੰਹ ਮਲਾਜਾ ਕਰਦੇ ਹਾਂ ਬਸ ਵੀ ਕਿਤੇ ਵਿਗੜ ਨਾ ਜਾਏ ਮੇਰੀ ਇਹਦੇ ਨਾਲ। ਗੁਰੂ ਸਾਹਿਬ ਜੀ ਨੇ ਜਿਹੜੀ ਵਿਚਾਰ ਦਿੱਤੀ ਇਹਨੂੰ ਸਮਝਣ ਦੀ ਜ਼ਰੂਰਤ ਹੈ। ਆਪਣੇ ਪਰਿਵਾਰਾਂ 'ਚ ਮੇਰੀ ਹੱਥ ਜੋੜ ਕੇ ਬੇਨਤੀ ਹੈ, ਸਮਾਗਮ ਹੁੰਦੇ ਰਹਿਣੇ, ਆਪਾਂ ਕਰਦੇ ਰਹਿਣੇ ਆ। ਮੇਰੀ ਉਹ ਭੈਣੋ ਤੁਹਾਡੇ ਅੱਗੇ ਇੱਕ ਤਰਲਾ ਹੈ, ਆਪਣੇ ਘਰਾਂ 'ਚ ਆਪਣੇ ਬੱਚਿਆਂ ਨਾਲ ਪੰਜਾਬੀ 'ਚ ਗੱਲ ਕਰੋ। ਕੱਲ੍ਹ ਨੂੰ ਤੁਹਾਡੇ ਬੱਚੇ ਜਵਾਨ ਹੋਣੇ, ਉਹਨਾਂ ਦੇ ਆਨੰਦ ਕਾਰਜ ਹੋਣੇ ਨੇ। ਆਪਾਂ ਬੂਟਾ ਲਾ ਕੇ ਜਾਈਏ, ਆਪਾਂ ਚੜ੍ਹਾਈ ਕਰ ਗਏ। ਬੱਚਿਆਂ ਨੂੰ ਇਹ ਹੋਏਗਾ ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ ਘਰ 'ਚ ਪੰਜਾਬੀ ਬੋਲਣੀ ਹੈ, ਮੇਰੀ ਦਾਦੀ ਕਹਿੰਦੀ ਹੁੰਦੀ ਸੀ, ਮੇਰਾ ਪਿਤਾ ਕਹਿੰਦਾ ਹੁੰਦਾ ਸੀ। ਆਪਾਂ ਇੱਕ ਬੂਟਾ ਲਾ ਕੇ ਜਾਵਾਂਗੇ ਨਾ। ਜੇ ਆਪਾਂ ਹੀ ਨਾ ਬੋਲੇ ਤੇ ਬੱਚਿਆਂ ਨੇ ਕਹਿਣਾ ਜੇ ਪੰਜਾਬੀ ਜ਼ਰੂਰੀ ਹੁੰਦੀ ਸਾਡੀ ਮਾਂ ਜ਼ਰੂਰ ਕਹਿੰਦੀ, ਸਾਡਾ ਪਿਤਾ ਸਾਨੂੰ ਇਹ ਗੱਲ ਜ਼ਰੂਰ ਕਹਿੰਦਾ। ਇਹ ਆਪਣੇ ਅੰਦਰ ਇੱਕ ਸੁਨੇਹੇ ਨੂੰ ਲੈ ਕੇ ਜਾਓ ਕਿ ਅਸੀਂ ਆਪਣੀ ਜ਼ਿੰਦਗੀ 'ਚ ਰੋਜ਼ਮਰਾ ਦੀ ਜ਼ਿੰਦਗੀ 'ਚ ਆਪਣੇ ਪਰਿਵਾਰਾਂ 'ਚ ਬੈਠ ਕੇ ਇੱਕ ਤਾਂ ਫਤਿਹ ਬੁਲਾਉਣ ਦੀ ਆਦਤ ਪਾਓ। ਜਦੋਂ ਤੁਹਾਡੇ ਘਰ ਕੋਈ ਰਿਸ਼ਤੇਦਾਰ ਆਵੇ, ਥੋੜ੍ਹੇ ਦਿਨ ਤੁਹਾਨੂੰ ਔਖਾ ਲੱਗਣਾ। ਹੁਣ ਜਿੰਨਾ ਘਰਾਂ ਦਾ ਮਾਹੌਲ ਹੈ, ਤੁਸੀਂ ਘਰ 'ਚ ਪ੍ਰਵੇਸ਼ ਕਰੋ ਨਾ, ਜਾਂਦਿਆਂ ਬੱਚੇ ਗੱਜ ਕੇ ਫਤਿਹ ਬੁਲਾਉਂਦੇ, ਵਾਹਿਗੁਰੂ ਜੀ ਕਾ ਖਾਲਸਾ। ਤਾਂ ਕਈ ਵੱਡੀ ਉਮਰ ਦੇ ਹੋਣਗੇ, ਉਹ ਅੱਗੇ ਕਹਿਣਗੇ ਸਤਿ ਸ੍ਰੀ ਅਕਾਲ। ਉਹ ਫਿਰ ਬੱਚਾ ਫਤਿਹ ਬੁਲਾਉਂਦਾ, ਕਿਉਂਕਿ ਅਗਲਿਆਂ ਦੇ ਘਰ ਦਾ ਮਾਹੌਲ ਐਸਾ ਬਣਾਇਆ। ਬੱਚੇ ਫਤਿਹ ਬੁਲਾਉਂਦੇ ਨੇ, ਆਣ ਕੇ ਰਾਤ ਨੂੰ ਸੌਣ ਲੱਗਿਆਂ ਫਤਿਹ ਬੁਲਾਉਂਦੇ, ਸਵੇਰੇ ਉੱਠ ਕੇ ਫਤਿਹ ਬੁਲਾਉਂਦੇ। ਜੇ ਅਸੀਂ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹਾਂ ਵੀ ਉਹਨਾਂ ਨੇ ਸੂਬੇ ਸਰਹੰਦ ਦੀ ਕਚਹਿਰੀ ਜਾਂਦੇ ਹਾਂ, ਉੱਥੇ ਜਾ ਕੇ ਗੱਜ ਕੇ ਫਤਿਹ ਬੁਲਾਈ ਆ। ਅਸੀਂ ਤੇ ਆਪਣੇ ਘਰਾਂ 'ਚ ਹੀ ਫਤਿਹ ਬੁਲਾਉਣੀ ਭੁੱਲ ਗਏ। ਇਹ ਕੌਣ ਸਿਖਾਏਗਾ?
ਝੂਲ ਤੇ ਨਿਸ਼ਾਨ ਰਹਿਣ, ਪੰਥ ਮਹਾਰਾਜ ਕੇ ਸੱਜ ਤੇ ਦੀਵਾਨ ਰਹਿਣ, ਇਹ ਗੱਲਾਂ ਬਸ ਗੁਰਦੁਆਰੇ ਤੱਕ ਸੀਮਤ ਹੈ। ਆਪਣੇ ਘਰਾਂ 'ਚ ਮਾਹੌਲ ਲੈ ਕੇ ਆਓ। ਨੌਜਵਾਨ ਪੜ੍ਹੋ ਲਿਖੋ, ਆਪ ਅੱਗੇ ਆਉਣ ਦੀ ਕੋਸ਼ਿਸ਼ ਕਰੋ, ਕਮੇਟੀਆਂ ਦੇ ਪ੍ਰਬੰਧ ਸੰਭਾਲੋ। ਆਉਣ ਵਾਲੇ ਸਮੇਂ 'ਚ ਅਸੀਂ ਚੰਗੀਆਂ ਵਿਚਾਰਾਂ, ਕੱਲ੍ਹ ਬੱਚੇ ਜਦੋਂ ਸ਼ਾਮ ਨੂੰ ਪਾਠ ਕਰ ਰਹੇ ਸੀ ਨਾ, ਕਿੰਨੀ ਮਨ ਨੂੰ ਖੁਸ਼ੀ ਹੋ ਰਹੀ ਸੀ ਕਿ ਛੋਟੇ ਛੋਟੇ ਬੱਚੇ ਪਾਠ ਕਰਦੇ ਆ, ਸਾਡੀਆਂ ਧੀਆਂ ਪਾਠ ਕਰਦੀਆਂ ਨੇ। ਆਉਣ ਵਾਲੇ ਸਮੇਂ 'ਚ ਇਹਨਾਂ ਨੇ ਵਾਰਸ ਬਣਨਾ ਹੈ ਕੌਮ ਦੇ। ਤੁਹਾਡਾ ਬੱਚਾ ਕਿਸੇ ਮਹਿਕਮੇ ਜਾਵੇ, ਕਿਸੇ ਅਹੁਦੇ ਜਾਵੇ, ਕੋਈ ਬਿਜ਼ਨਸ ਕਰੇ, ਉਹਨੂੰ ਆਪਣੀਆਂ ਮੁੱਢਲੀਆਂ ਗੱਲਾਂ ਦਾ ਤਾਂ ਪਤਾ ਹੋਵੇ ਨਾ। ਆਪਣੇ ਘਰ ਸਾਂਭਣ ਦੀ ਜ਼ਰੂਰਤ ਹੈ। ਇਤ ਤਨ ਲਾਗੇ ਬਾਣੀਆਂ ਸੁਖ ਹੋਵੇ ਸੇਵ ਕਮਾਣੀਆਂ। ਜਿਸ ਤਨ ਵਿੱਚ ਸਤਿਗੁਰ ਦੀ ਬਾਣੀ ਦਾ ਤੀਰ ਲੱਗਦਾ, ਫਿਰ ਆਤਮਿਕ ਸੁਖ ਮਿਲਦਾ ਹੈ, ਅਣਿਆਲਾ ਤੀਰ। ਇਤ ਤਨ ਲਾਗੇ ਬਾਣੀਆਂ ਸੁਖ ਹੋਵੇ ਸੇਵ ਕਮਾਣੀਆਂ। ਫਿਰ ਉਹਨੂੰ ਸਮਝ ਆ ਜਾਂਦੀ ਹੈ ਸਭ ਦੁਨੀਆ ਆਵਣ ਜਾਣੀਆਂ। ਦੁਨੀਆ ਆਉਣ ਜਾਣ ਦੇ ਚੱਕਰ 'ਚ ਪਈ ਹੈ। ਨਾਸ਼ਵੰਤ, ਜੰਮ ਗਿਆ ਮਰ ਗਿਆ, ਮਰ ਗਿਆ ਜੰਮ ਗਿਆ।